Welcome back to the class 7th, chapter 3, Delhi Sultanate, part B. Now we will discuss about the mosque built by the Tughlaq or Muslim dynasties. First we can discuss about Quwat al-Islam mosque and minaret built during the last decade of the 12th century. 12th century ਦੇ ਵਿੱਚ ਮਾਸਕ ਬਣਾਏ ਗਈ, ਠੀਕ ਹੈ। ਫਸਟ ਸਿਟੀ ਬਿਲਟ ਬਾਈ ਦਾ ਦਿੱਲੀ ਸੁਲਤਾਨਸ ਦੁਆਰਾ, ਠੀਕ ਹੈ, ਜਿਸ ਨੂੰ ਦਿੱਲੀ ਆ ਇੱਕ ਨਾਂ ਓਲਡ ਸਿਟੀ ਦੇ ਵਿੱਚ ਬਣਾਈ ਗਈ, ਜਿਹੜੀ ਮਾਸਕ ਸੀਗੀ ਇਨਲਾਰਜ ਕੀਤੀ ਗਈ ਇਲਤੁਤਮਸ ਤੇ ਅਲਾਦੀਨ ਖਿਲਜੀ ਦੇ ਦੁਆਰਾ, ਠੀਕ ਹੈ, ਬੜੀ ਕੀਤੀ ਗਈ। ਉਹ ਜਿਹੜਾ ਮਾਈਨਰ ਸੀਗਾ ਉਹ ਬਿਲਟ ਕੀਤਾ ਗਿਆ ਟੂ ਸੁਲਤਾਨਸ ਦੇ ਦੁਆਰਾ, ਜਿਸ ਨੂੰ ਕੁਤਬਦੀਨ ਐਬਕ ਔਰ ਇਲਤੁਤਮਸ ਨੇ ਬਣਾਇਆ। ਮੀਨਾਰ ਸੀਗਾ ਜਿਹੜਾ, ਠੀਕ ਹੈ, ਮੌਸਕ ਦੇ ਵਿੱਚ ਇੱਕ ਮੀਨਾਰ ਸੀਗਾ ਜਿਹੜਾ ਟੂ ਸੁਲਤਾਨਸ ਦੁਆਰਾ ਬਣਾਇਆ ਗਿਆ, ਕੁਤਬਦੀਨ ਐਬਕ ਔਰ ਇਲਤੁਤਮਸ ਦੁਆਰਾ। ਨੈਕਸਟ ਮਸਜਿਦ, ਜਿਹੜਾ ਮੌਸਕ ਹੁੰਦੀ ਆ ਉਸਨੂੰ ਮਸਜਿਦ ਕਿਹਾ ਜਾਂਦਾ ਅਰੇਬਿਕ ਦੇ ਵਿੱਚ, ਠੀਕ ਹੈ। ਇਹ ਇੱਕ ਪਲੇਸ ਆ ਜਿੱਥੇ ਜਿਹੜੇ ਮੁਸਲਿਮਸ ਨੇ ਉਹ ਪੂਜਾ ਕਰਦੇ ਨੇ। ਜਿਸ ਤਰ੍ਹਾਂ ਅਸੀਂ ਗੁਰਦੁਆਰਾ ਸਾਹਿਬ ਜਾਂਦੇ ਹਾਂ, ਜਿਹੜੇ ਸਿੱਖ ਨੇ ਉਹ ਗੁਰਦੁਆਰਾ ਸਾਹਿਬ ਜਾਂਦੇ ਆ ਮੱਥਾ ਟੇਕਣ ਦੇ ਲਈ, ਹਿੰਦੂ ਨੇ ਜਿਹੜੇ ਉਹ ਟੈਂਪਲ ਜਾਂਦੇ ਨੇ, ਉਸੇ ਤਰ੍ਹਾਂ ਜਿਹੜੇ ਮੁਸਲਿਮਸ ਨੇ ਉਹ ਮੌਸਕ ਜਾਂਦੇ ਨੇ। ਮੌਸਕ ਨੂੰ ਮਸਜਿਦ ਵੀ ਕਹਿੰਦੇ ਨੇ। ਜਿਹੜੀ ਮੌਸਕ ਸੀਗੀ ਉਹ ਜਿਵੇਂ ਜਾਮਾ ਮਸਜਿਦ, ਮਸਜਿਦ ਜਾਮੀ, ਠੀਕ ਹੈ, ਮੁਸਲਿਮ ਸੀਗੇ ਜਿਹੜੇ ਉੱਥੇ ਪ੍ਰੇਅਰਸ ਕਰਦੇ ਸੀ, ਨਮਾਜ਼ ਪੜ੍ਹਦੇ ਸੀ ਇਕੱਠੇ ਹੋ ਕੇ, ਠੀਕ ਹੈ। ਉਹ ਉਸ ਸਮੇਂ ਗੋਡ ਦੀ ਹੈਲਪ, ਗੋਡ ਦੀ ਪ੍ਰੇਜ਼ ਦੇ ਲਈ ਉੱਥੇ ਰਿਚੁਅਲਸ ਪ੍ਰੇ ਕਰਦੇ ਸੀ, ਠੀਕ ਹੈ। ਸਰਮਨ ਗਾਉਂਦੇ ਸੀਗੇ, ਕੁਤਵਾ ਜਿਹਨੂੰ ਕਹਿੰਦੇ ਨੇ, ਐਵਰੀ ਫਰਾਈਡੇ ਡਿਊਰਿੰਗ ਦਾ ਪ੍ਰੇਅਰ। ਜਿਹੜੇ ਮੁਸਲਿਮ ਸੀਗੇ ਉਹ ਮੱਕਾ ਵੱਲ ਨੂੰ ਫੇਸ ਕਰਕੇ ਖੜੇ ਹੋ ਜਾਂਦੇ ਸੀ, ਠੀਕ ਹੈ। ਇੰਡੀਆ ਦਿਸ ਇਜ਼ ਟੂ ਦਾ ਵੈਸਟ ਵੱਲ ਨੂੰ ਫੇਸ ਕਰ ਲੈਂਦੇ ਸੀ, ਜਿਸ ਨੂੰ ਉਹ ਕਿਵਾਲਾ ਕਹਿੰਦੇ ਸੀ। ਮੱਕਾ ਵਾਲੀ ਸਾਈਡ ਨੂੰ ਮੁਸਲਿਮਸ ਫੇਸ ਕਰਕੇ ਖੜੇ ਹੋ ਜਾਂਦੇ ਸੀਗੇ, ਉਧਰ ਨੂੰ ਖੜੇ ਹੋ ਕੇ ਉਹ ਪ੍ਰੇ ਕਰਦੇ ਸੀ। ਜਿਹੜੇ ਦਿੱਲੀ ਸੁਲਤਾਨ ਸੀਗੇ ਉਹਨਾਂ ਨੇ ਸੈਵਰਲ ਮਾਸਕ ਬਣਾਏ ਸਿਟੀਜ਼ ਦੇ ਵਿੱਚ, ਸਾਰੇ ਸਬ ਕੌਂਟੀਨੈਂਟਸ ਦੇ ਵਿੱਚ, ਸਾਰੇ ਸਬ ਕੌਂਟੀਨੈਂਟ ਦੇ ਸਿਟੀਜ਼ ਦੇ ਵਿੱਚ ਉਹਨਾਂ ਨੂੰ ਡੈਮੋਨਸਟ੍ਰੇਟ ਕੀਤਾ ਗਿਆ, ਠੀਕ ਹੈ, ਟੂ ਬੀ ਪ੍ਰੋਟੈਕਟਰ ਆਫ, ਵੀ ਉਹ ਇਸਲਾਮ ਅਤੇ ਮੁਸਲਿਮ ਦੇ ਪ੍ਰੋਟੈਕਟਰ ਨੇ, ਠੀਕ ਹੈ। ਉਹ ਮੁਸਲਿਮਸ ਦੇ ਅਤੇ ਇਸਲਾਮ ਦੇ ਪ੍ਰੋਟੈਕਟਰ ਨੇ। ਉਹਨਾਂ ਨੇ ਬਹੁਤ ਸਾਰੀਆਂ ਮੌਸਕ ਬਣਾਈਆਂ। ਜਿਹੜੇ ਮੌਸਕ ਸੀਗੇ ਉਹ ਹੈਲਪ ਕਰਦੇ ਸੀਗੇ ਉਸ ਟਾਈਮ ਦੀ ਜਿਹੜੀ ਕਮਿਊਨਿਟੀ ਸੀ ਉਹਦੀ ਬਲੀਫ ਦੀਆਂ, ਠੀਕ ਹੈ। ਅਤੇ ਉਹਨਾਂ ਨੇ ਸਟਾਰਟ ਕੀਤਾ ਬਲੀਫ ਸਿਸਟਮ ਨੂੰ, ਵੀ ਪ੍ਰਮਾਤਮਾ ਦੇ ਵੱਲ ਆਪਣੇ ਰਿਲੀਜਨ ਨੂੰ ਸਪਰੈਡ ਕਰਨ ਦੀ ਕੋਸ਼ਿਸ਼ ਕੀਤੀ ਆ ਉਹਨਾਂ ਨੇ, ਠੀਕ ਹੈ। ਇਹਦੇ ਵਿੱਚ ਜਿਹੜਾ ਮੁਸਲਿਮ ਸੀਗਾ ਉਸਦੀ ਵੈਰਾਈਟੀ ਆਫ ਬੈਕਗਰਾਊਂਡ ਸੀਗੀ ਜਿਹੜੀ ਉਹ ਹੋਂਦ ਦੇ ਵਿੱਚ ਆਈ, ਠੀਕ ਹੈ। ਜਿਹੜੇ ਮੌਸਕ ਸੀਗੇ ਜਮਾਲੀ ਕਮਾਲੀ ਬਿਲਟ ਕੀਤੀ ਗਈ 1520 ਦੇ ਵਿੱਚ। ਮੋਹਤ ਕੀ ਮਸਜਿਦ ਸੀਗੀ ਜਿਹੜੀ ਉਹ ਸਿਕੰਦਰ ਲੋਧੀ ਸੀਗਾ ਜਿਹੜਾ ਉਸ ਦੇ ਟਾਈਮ ਦੇ ਵਿੱਚ ਉਸ ਦੇ ਰਾਈਨ ਦੇ ਵਿੱਚ ਬਣਾਈ ਗਈ, ਠੀਕ ਹੈ, ਉਸ ਦੇ ਟਾਈਮ ਦੇ ਵਿੱਚ ਬਣਾਈ ਗਈ, ਸਿਕੰਦਰ ਲੋਧੀ ਦੇ ਟਾਈਮ ਦੇ ਵਿੱਚ ਮੋਹਤ ਕੀ ਮਸਜਿਦ। ਸੋ ਮੈਨੀ ਮਾਸਕਸ ਆਰ ਮੇਡ ਡਿਊਰਿੰਗ ਦੀਜ਼ ਟਾਈਮਸ। And next is closer look on administration and consolidation under the Khilzis and Tughlaqs. ਖਿਲਜੀ ਅਤੇ ਤੁਗਲਕਸ ਦੇ ਅੰਡਰ ਐਡਮਿਨਿਸਟ੍ਰੇਸ਼ਨ ਕਿਹੋ ਜਿਹਾ ਸੀਗਾ। ਜਿਹੜੇ ਦਿੱਲੀ ਸਲਤਨਤ ਸੀਗਾ, ਦਿੱਲੀ ਸਲਤਨਤ ਦੇ ਟਾਈਮ ਦੇ ਵਿੱਚ ਜਿਹੜੇ ਦਿੱਲੀ ਦੇ ਸੁਲਤਾਨ ਸੀਗੇ, ਸਪੈਸ਼ਲੀ ਜਿਹੜਾ ਇਲਤੁਤਮਸ ਸੀਗਾ, ਉਸ ਨੇ ਗਵਰਨ ਕੀਤਾ ਔਰ ਐਡਮਿਨਿਸਟ੍ਰੇਟ ਕੀਤਾ ਬਹੁਤ ਅੱਛੀ ਤਰ੍ਹਾਂ ਦਿੱਲੀ ਨੂੰ, ਠੀਕ ਹੈ। ਉਸਨੇ ਸਪੈਸ਼ਲ ਜਿਹੜੇ ਸਲੇਵ ਸੀਗੇ ਪਰਚੇਜ ਕੀਤੇ ਆਪਣੇ ਮਿਲਟਰੀ ਸਰਵਿਸਿਜ਼ ਦੇ ਲਈ, ਜਿਨ੍ਹਾਂ ਨੂੰ ਬੰਦਾਗਨ ਕਹਿੰਦੇ ਸੀ ਪਰਸ਼ੀਅਨ ਦੇ ਵਿੱਚ। ਉਸਨੇ ਸਲੇਵਸ ਪਾਲੇ ਹੋਏ ਸੀਗੇ, ਠੀਕ ਹੈ, ਪਰਚੇਜ ਕੀਤੇ ਹੋਏ ਸੀ ਆਪਣੀਆਂ ਮਿਲਟਰੀ ਸਰਵਿਸਿਜ਼ ਦੇ ਲਈ। ਬਹੁਤ ਸਾਰੇ ਪੋਲੀਟੀਕਲ ਆਫਿਸ ਕਿੰਗਡਮ ਦੇ ਵਿੱਚ ਜਿਹੜੇ ਸੀਗੇ ਉਹਦੇ ਪੋਲੀਟੀਕਲ ਆਫਿਸ ਉਹ ਬਹੁਤ ਇੰਪੋਰਟੈਂਟ ਸੀਗੇ, ਠੀਕ ਹੈ। ਉਹ ਡਿਪੈਂਡ ਕਰਦਾ ਸੀ ਟੋਟਲੀ ਉਸਦੇ ਵੀ ਉਸਦਾ ਮਾਸਟਰ ਕਿਹੋ ਜਿਹਾ, ਉਸ ਟਾਈਮ ਦਾ ਸੁਲਤਾਨ ਕਿਹੋ ਜਿਹਾ ਗਾ। ਜਿਹੜੇ ਖਿਲਜੀ ਸੀਗੇ ਅਤੇ ਜਿਹੜੇ ਤੁਗਲਕ ਸੀਗੇ, ਠੀਕ ਹੈ, ਉਹਨਾਂ ਨੇ ਵੀ ਬੰਦਾਗਨ ਨੂੰ ਯੂਜ਼ ਕੀਤਾ। ਇਲਤੁਤਮਸ ਨੇ ਸਲੇਵ ਰੱਖੇ ਹੋਏ ਸੀ ਨਾ ਜਿਨ੍ਹਾਂ ਨੂੰ ਬੰਦਾਗਨ ਕਹਿੰਦੇ ਸੀ, ਸੇਮ ਖਿਲਜੀਜ਼ ਅਤੇ ਜਿਹੜੇ ਤੁਗਲਕ ਸੀਗੇ ਉਹਨਾਂ ਨੇ ਵੀ ਉਹਨਾਂ ਨੂੰ ਬਣਾਈ ਰੱਖਿਆ, ਠੀਕ ਹੈ। ਰੇਜ਼ਡ ਪੀਪਲ ਆਫ ਹੰਬਲ ਬਰਥ ਹੂ ਆਰ ਆਫਨ ਦੇਅਰ ਕਲਾਇੰਟਸ ਕੀ ਹੁੰਦੇ ਨੇ? ਸਮਬਨ ਹੂ ਇਜ਼ ਦਾ ਪ੍ਰੋਟੈਕਸ਼ਨ ਆਫ ਐਨ ਅਦਰ, ਜਿਹੜੇ ਕਿਸੇ ਹੋਰ ਦੀ ਪ੍ਰੋਟੈਕਸ਼ਨ ਦੇ ਥੱਲੇ ਰਹਿੰਦੇ ਨੇ, ਠੀਕ ਹੈ, ਉਹ ਉਹਨਾਂ ਦੇ ਅੰਡਰ ਰਹਿ ਕੇ ਕੰਮ ਕਰਦੇ ਸੀ। ਦੇ ਆਰ ਅਪੁਆਇੰਟਡ ਐਜ਼ ਜਨਰਲਸ ਐਂਡ ਗਵਰਨਰਸ, ਉਹ ਕਲਾਇੰਟਸ ਨੂੰ ਉਹਨਾਂ ਨੇ ਜਨਰਲ ਅਤੇ ਗਵਰਨਰ ਅਪੁਆਇੰਟ ਕੀਤਾ,
ਜਿਹੜੇ ਸਲੇਵਸ ਤੇ ਕਲਾਇੰਟਸ ਸੀਗੇ ਉਹ ਆਪਣੇ ਮਾਸਟਰ ਪ੍ਰਤੀ ਲੋਇਲ ਹੁੰਦੇ ਸੀ, ਠੀਕ ਹੈ। ਉਹਨਾਂ ਨਾਲ ਉਹ ਬੇਈਮਾਨੀ ਨਹੀਂ ਸੀ ਕਰਦੇ, ਉਹਨਾਂ ਨੂੰ ਉਹ ਹਾਇਰ ਕਰਦੇ ਸੀਗੇ। ਤੇ ਜਿਹੜੇ ਨਿਊ ਸੁਲਤਾਨ ਸੀਗੇ ਉਹਨਾਂ ਦੇ ਆਪਣੇ ਸਰਵੈਂਟ ਹੁੰਦੇ ਸੀਗੇ, ਠੀਕ ਹੈ। ਨਿਊ ਮਨਾਰਕ ਡਿਵੈਲਪ ਹੋਈ, ਨਿਊ ਜਿਹੜੇ ਮਨਾਰਕ ਸੀਗੇ ਜਦੋਂ ਡਿਵੈਲਪ ਹੋ ਗਈ ਉਹਦੇ ਵਿਚਕਾਰ ਵੀ ਕਨਫਲਿਕਟ ਹੋਣਾ ਸ਼ੁਰੂ ਹੋ ਗਿਆ ਓਲਡ ਤੇ ਨਿਊ ਨੋਵੈਲਿਟੀ ਦੇ ਵਿੱਚ, ਨਵੀਂ ਤੇ ਪੁਰਾਣੀ ਨੋਵੈਲਿਟੀ ਦੇ ਵਿੱਚ। ਉਸ ਤੋਂ ਬਾਅਦ ਇਹ ਸਾਰਾ ਕੁਝ ਸੀਗਾ ਜਿਹੜਾ ਉਹ ਚੇਂਜ ਹੁੰਦਾ ਗਿਆ, ਠੀਕ ਹੈ। ਜਿਹੜੇ ਆਫੀਸ਼ੀਅਲ ਸੀਗੇ ਸੁਲਤਾਨ ਮੁਹੰਮਦ ਤੁਗਲਕ ਦੇ, ਉਹਨਾਂ ਨੇ ਅਪੁਆਇੰਟ ਕੀਤਾ ਅਜੀਜ਼ ਖੁਮਾਰ ਨੂੰ, ਠੀਕ ਹੈ। ਇੱਕ ਵਾਈਨ ਡਿਸਟਿਲਸਰ ਸੀਗਾ ਜਿਸ ਦਾ ਨਾਂ ਸੀ ਫਿਰੋਜ਼ ਹਜਮ, ਠੀਕ ਹੈ। ਹੂ ਵਾਜ਼ ਏ ਬਾਰਬਰ, ਉਹ ਇੱਕ ਬਾਰਬਰ ਸੀ। ਮਾਨਕਾ ਤਵਕ ਹੂ ਵਾਜ਼ ਏ ਕੁੱਕ ਐਂਡ 2 ਗਾਰਡਨਰਸ ਜਿਨ੍ਹਾਂ ਦਾ ਨੇਮ ਲੱਦਾ ਤੇ ਪੀਰਾ ਸੀ, ਉਹਨਾਂ ਨੂੰ ਹਾਈ ਐਡਮਿਨਿਸਟ੍ਰੇਸ਼ਨ ਪੋਸਟ ਦੇ ਉੱਤੇ ਉਹਨਾਂ ਨੇ ਲਗਾਇਆ, ਠੀਕ ਹੈ। ਇੱਕ ਚੇਂਜ ਆ ਗਈ, ਕੰਸੈਪਟ ਚੇਂਜ ਹੋ ਗਿਆ ਗ੍ਰੈਜੂਅਲੀ, ਠੀਕ ਹੈ। ਪਹਿਲਾਂ ਕੀ ਸੀਗਾ, ਜਿਹੜੇ ਸਲੇਵਸ ਵਗੈਰਾ ਸੀ ਉਹਨਾਂ ਨੂੰ ਉਹ ਵੈਸੇ ਹੀ ਸਮਝਦੇ ਸੀਗੇ, ਠੀਕ ਹੈ। ਉਸ ਤੋਂ ਬਾਅਦ ਜਿਹੜਾ ਸੁਲਤਾਨ ਮੁਹੰਮਦ ਤੁਗਲਕ ਸੀਗਾ ਉਸਨੇ ਇੱਕ ਚੇਂਜ ਲੈ ਆਂਦੀ, ਠੀਕ ਹੈ। ਚੇਂਜ ਆ ਗਿਆ ਕੰਸੈਪਟ ਦੇ ਵਿੱਚ, ਜਿਹਦੇ ਵਿੱਚ ਕੀ ਸੀਗਾ, ਜਿਹੜੇ ਗਰੀਬ ਸੀਗੇ, ਠੀਕ ਹੈ, ਲੋ ਬੇਸ ਬੋਰਨ ਸੀਗੇ ਜਿਹੜੇ, ਉਹਨਾਂ ਨੂੰ ਵੀ ਹਾਈ ਆਫਿਸਿਸ ਦੇ ਵਿੱਚ ਉਹਨਾਂ ਨੇ ਲੈ ਕੇ ਆਂਦਾ। ਜ਼ਿਆਉਦੀਨ ਬਰਾਨੀ ਸੀਗਾ ਜਿਹੜਾ, ਉਹ ਮਿਡ 14th ਸੈਂਚਰੀ ਦੇ ਵਿੱਚ ਕ੍ਰੋਨਿਕਲਰ ਰਿਪੋਰਟਰ ਦੇਅਰ ਅਪੁਆਇੰਟਮੈਂਟਸ ਐਜ਼ ਏ ਸਾਈਨ ਆਫ ਸੁਲਤਾਨਸ ਲਾਸ ਆਫ ਪੋਲੀਟੀਕਲ ਜੱਜਮੈਂਟ ਐਂਡ ਇਜ਼ ਇਨਕੈਪੈਸਿਟੀ ਟੂ ਰੂਲ, ਠੀਕ ਹੈ। ਜਾਣੀ ਦੀ ਉਹਨਾਂ ਨੇ ਜਿਹੜਾ ਲੋ ਬੇਸ ਬੋਰਨ ਜਿਹੜਾ ਸੀਗਾ ਉਸ ਨੂੰ ਖ਼ਤਮ ਕਰਨ ਦੀ ਕੋਸ਼ਿਸ਼ ਕੀਤੀ ਹੈ ਸੁਲਤਾਨ ਮੁਹੰਮਦ ਤੁਗਲਕ ਨੇ। ਉਹਨਾਂ ਨੂੰ ਹਾਈ ਪੋਸਟਸ 'ਤੇ ਲੈ ਕੇ ਆਂਦਾ। ਨੈਕਸਟ ਬੇਟਾ ਹੈਗਾ, ਜਿਹੜੇ ਪੁਰਾਣੇ ਸੁਲਤਾਨਸ ਦੀ ਤਰ੍ਹਾਂ ਹੀ ਜਿਹੜੇ ਖਲਜੀ ਤੇ ਤੁਗਲਕ ਮਨਾਰਕ ਸੀਗੇ ਉਹਨਾਂ ਨੇ ਮਿਲਟਰੀ ਕਮਾਂਡਰ ਸੀਗੇ ਜਿਹੜੇ ਉਹਨਾਂ ਨੂੰ ਅਪੁਆਇੰਟ ਕੀਤਾ। ਜਿਹੜੀਆਂ ਲੈਂਡ ਸੀਗੀਆਂ ਉਹਨਾਂ ਨੂੰ ਇਕਤਾ ਕਹਿੰਦੇ ਸੀ। ਜਿਹੜੇ ਇਹਦੇ ਹੋਲਡਰ ਸੀਗੇ, ਜਿਹੜੇ ਲੈਂਡ ਦੇ ਹੋਲਡਰਸ ਹੁੰਦੇ ਸੀ ਉਹਨਾਂ ਨੂੰ ਇਕਤਾਦਾਰ ਜਾਂ ਮੁਕਤੀ ਕਹਿੰਦੇ ਸੀ। ਜਿਹੜੀ ਇਹ ਮੁਕਤੀ ਸੀਗੀ ਡਿਊਟੀ ਕੀ ਸੀ ਮੁਕਤੀਸ ਦੀ, ਉਹ ਮਿਲਟਰੀ ਕੰਪੇਨਸ ਨੂੰ ਲੈਡ ਕਰਦੇ ਸੀ, ਠੀਕ ਹੈ। ਉਹਨਾਂ ਦੀ ਅਗਵਾਈ ਕਰਦੇ ਸੀ ਤੇ ਲਾ ਤੇ ਆਰਡਰ ਮੇਨਟੇਨ ਕਰਦੇ ਸੀ ਇਕਤਾ ਦੇ ਵਿੱਚ। ਜਿਹੜੇ ਮੁਕਤੀ ਸੀਗੇ ਜਾਂ ਇਕਤਾਦਾਰ ਸੀਗੇ ਉਹ ਇਕਤਾ ਦੇ ਵਿੱਚ ਲਾ ਤੇ ਆਰਡਰ ਮੇਨਟੇਨ ਕਰਦੇ ਸੀ ਤੇ ਉੱਥੇ ਰੈਵਨਿਊ ਕਲੈਕਟ ਕਰਦੇ ਸੀਗੇ, ਠੀਕ ਹੈ। ਦ ਮੁਕਤੀਜ਼ ਕਲੈਕਟਡ ਦਾ ਰੈਵਨਿਊ, ਠੀਕ ਹੈ। ਦੇ ਆਲਸੋ ਪੇਡ ਦੇਅਰ ਸ਼ੋਲਜਰਸ ਫॉर ਦੀਜ਼ ਰੈਵਨਿਊਜ਼, ਠੀਕ ਹੈ। ਆਪਣੇ ਜਿਹੜੇ ਸ਼ੋਲਜਰਸ ਹੁੰਦੇ ਸੀ ਉਹ ਰੈਵਨਿਊ ਇਕੱਠਾ ਕਰਕੇ ਉਹਨਾਂ ਨੂੰ ਤਨਖਾਹ ਦਿੰਦੇ ਸੀ। ਜਿਹੜਾ ਮੁਕਤੀਜ਼ ਦੇ ਉੱਪਰ ਕੰਟਰੋਲ ਸੀ ਉਹ ਬਹੁਤ ਇਫੈਕਟਿਵ ਹੁੰਦਾ ਸੀ। ਜਿਹੜੇ ਇਕਤਾ ਸੀਗੇ ਉਹ ਸ਼ਾਰਟ ਟਾਈਮ ਪੀਰੀਅਡ ਦੇ ਵਿੱਚ ਸ਼ਿਫਟ ਹੋ ਗਏ, ਠੀਕ ਹੈ। ਜਿਹੜਾ ਉਹਨਾਂ ਦੀ ਹਾਰ ਕੰਡੀਸ਼ਨ ਸੀਗੀ ਸਰਵਿਸਿਜ਼ ਦੀ ਅਲਾਉਦੀਨ ਖਿਲਜੀ ਤੇ ਮੁਹੰਮਦ ਤੁਗਲਕ ਦੇ ਵਿੱਚ ਉਹ ਬਹੁਤ ਹਾਰਸ਼ ਸੀਗੀ ਇਕਤਾਸ ਦੀ ਜਿਹੜੀ ਕੰਡੀਸ਼ਨ ਸੀਗੀ। ਅਕਾਊਂਟੈਂਟ ਸੀਗੇ ਅਪੁਆਇੰਟ ਕੀਤੇ ਗਏ ਸਟੇਟ ਦੇ ਵਿੱਚ, ਠੀਕ ਹੈ, ਤਾਂ ਕਿ ਉਹ ਚੈੱਕ ਕਰਨ ਰੈਵਨਿਊ ਸਿਸਟਮ ਜਿਹੜਾ ਕਲੈਕਟ ਕੀਤਾ ਜਾਂਦਾ ਸੀ ਮੁਕਤੀਜ਼ ਦੁਆਰਾ, ਠੀਕ ਹੈ। ਜਿਹੜੇ ਮੁਕਤੀਜ਼ ਸੀਗੇ ਉਹ ਕਲੈਕਟ ਕਰਦੇ ਸੀ ਟੈਕਸਿਸ, ਠੀਕ ਹੈ, ਜਿਹੜੇ ਸਟੇਟਸ ਦੁਆਰਾ ਪ੍ਰਸਕ੍ਰਾਈਬ ਕੀਤੇ ਗਏ ਸੀਗੇ। ਤੇ ਐਂਡ ਹੀ ਕੈਪਟ ਦਾ ਰਿਕੁਆਇਰਡ ਨੰਬਰ ਆਫ ਸ਼ੋਲਜਰਸ, ਜਿੰਨੇ ਉਹਨਾਂ ਨੂੰ ਸ਼ੋਲਜਰਸ ਚਾਹੀਦੇ ਸੀਗੇ ਉਹ ਉਨੇ ਆਪਣੇ ਕੋਲੇ ਰੱਖਦੇ ਸੀਗੇ। ਜਿਹੜੇ ਦਿੱਲੀ ਸੁਲਤਾਨ ਸੀਗਾ ਉਹ ਹਿੰਡਰਲੈਂਡ ਜਿਹੜੀਆਂ ਸਿਟੀਜ਼ ਸੀਗੀਆਂ ਉਹਨਾਂ ਦੇ ਅੰਡਰ ਕੰਟਰੋਲ 'ਚ ਆਉਂਦਾ ਸੀ ਤੇ ਉਹ ਫੋਰਸ ਕਰਦੇ ਸੀ ਜਿਹੜੇ ਲੈਂਡ ਨੂੰ ਚੀਫਟੀਅਨਸ ਦੇ ਵਿੱਚ, ਫਿਰ ਉਸ ਤੋਂ ਬਾਅਦ ਸਮੰਤਾ ਆਰਸਟੋਕਰੇਟਸ ਦੇ ਵਿੱਚ, ਤੇ ਰਿਚ ਲੈਂਡ ਲੌਰਡ ਸੀਗੇ ਜਿਹੜੇ ਉਹ ਅਸੈਪਟ ਕਰਦੇ ਸੀ ਇਹਨਾਂ ਸਾਰੀਆਂ ਅਥੋਰਿਟੀਜ਼ ਨੂੰ। ਤੇ ਜਿਹੜੇ ਲੋਕਲ ਚਿਫਟੀਅਨ ਸੀਗੇ ਉਹ ਲੈਵੀ ਟੈਕਸਿਸ ਨੂੰ ਕੈਂਸਲ ਕਰ ਦਿੰਦੇ ਸੀ ਤੇ ਉਹਨਾਂ ਨੂੰ ਫੋਰਸ ਕੀਤਾ ਜਾਂਦਾ ਸੀ ਟੈਕਸ ਪੇ ਕਰਨ ਦੇ ਲਈ। ਜਿਹੜਾ ਸੁਲਤਾਨ ਹੁੰਦਾ ਸੀ, ਸੁਲਤਾਨ ਦੇ ਜਿਹੜੇ ਐਡਮਿਨਿਸਟ੍ਰੇਟਰ ਹੁੰਦੇ ਸੀਗੇ ਉਹ ਲੈਂਡ ਨੂੰ ਮਈਅਰ ਕਰਦੇ ਸੀ ਤੇ ਪ੍ਰੋਪਰ ਉਹਨਾਂ ਤੋਂ ਜਿਹੜਾ ਟੈਕਸ ਵਗੈਰਾ ਹੁੰਦਾ ਸੀ ਉਹ ਅੱਛੀ ਤਰ੍ਹਾਂ ਉਹਨਾਂ ਤੋਂ ਮਿਣ ਕੇ ਲੈਂਦੇ ਸੀ ਲੈਂਡ ਦਾ। ਜਿਹੜੇ ਓਲਡ ਚਿਫਟੀਅਨਸ ਤੇ ਲੈਂਡ ਲੌਰਡ ਸੀਗੇ ਉਹ ਸੁਲਤਾਨ ਨੂੰ ਰੈਵਨਿਊ ਕਲੈਕਟਰ ਤੇ ਅਸੈਸਰ ਦੇ ਤੌਰ ਤੇ ਕੰਮ ਕਰਦੇ ਸੀ। 3 ਤਰ੍ਹਾਂ ਦੇ ਟੈਕਸ ਕਲੈਕਟ ਕੀਤੇ ਜਾਂਦੇ ਸੀਗੇ। ਪਹਿਲਾ ਸੀਗਾ ਕਲਟੀਵੇਸ਼ਨ ਕਾਲਡ ਖਰਾਜ ਐਂਡ ਅਮਾਊਂਟਿੰਗ ਟੂ ਅਬਾਊਟ 50% ਆਫ ਦਾ ਪੀਜ਼ੈਂਟਸ ਪ੍ਰੋਡਿਊਸ, 50% ਹਿੱਸਾ ਲੈ ਲੈਂਦੇ ਸੀ ਉਹ। ਉਸ ਤੋਂ ਬਾਅਦ ਕੈਟਲ ਦੇ ਉੱਤੇ ਤੇ ਘਰ ਦੇ ਉੱਤੇ ਟੈਕਸ ਲੈਂਦੇ ਸੀ ਉਹ। 3 ਤਰ੍ਹਾਂ ਦੇ ਟੈਕਸ ਸੀਗੇ। ਉਸ ਤੋਂ ਬਾਅਦ ਕੀ ਹੋਇਆ, ਜਿਹੜਾ ਦਿੱਲੀ ਸੀਗਾ ਉਹ ਇੰਡੀਪੈਂਡੈਂਟ ਸਟੇਟ ਬਣਨਾ ਸਟਾਰਟ ਹੋ ਗਿਆ, ਠੀਕ ਹੈ। ਇੰਡੀਪੈਂਡੈਂਟ ਕੰਟਰੋਲ ਸੀਗਾ ਜਿਹੜਾ ਉਹ ਦੂਸਰਿਆਂ ਦਾ ਖ਼ਤਮ ਕਰਕੇ ਇੱਕ ਇੰਡੀਪੈਂਡੈਂਟ ਕੰਟਰੋਲ ਉਸਨੇ ਆਪਣਾ ਸਥਾਪਿਤ ਕਰਨਾ ਸ਼ੁਰੂ ਕਰਨ ਦੀ ਕੋਸ਼ਿਸ਼ ਕੀਤੀ, ਠੀਕ ਹੈ। ਸਾਰਾ ਜਿਹੜਾ ਰੀਜਨ ਸੀਗਾ ਉਹ ਇੰਡੀਪੈਂਡੈਂਟ ਐਂਡ ਦੇ ਵਿੱਚ ਹੋ ਗਿਆ। ਜਿਹੜੇ ਜੰਜੈਟਿਕ ਪਲੇਨ ਸੀਗੇ
ਫੋਰੈਸਟ ਏਰੀਆ ਦੇ ਸੁਲਤਾਨ ਨੇ ਫੋਰਸ ਕੀਤਾ ਉਹਨਾਂ ਨੂੰ ਵੀ। ਜਿਹੜੇ ਲੋਕਲ GVS ਸੀਗੇ ਉਹਨਾਂ ਨੇ ਆਪਣੇ ਰੂਲਸ ਸੀਗੇ ਜਿਹੜੇ ਉਹ ਰੀਜਨਸ ਦੇ ਉੱਤੇ ਐਸਟੈਬਲਿਸ਼ ਕਰ ਲਏ, ਠੀਕ ਹੈ, ਆਪਣੇ ਰੂਲਸ ਉਹਨਾਂ ਨੇ ਐਸਟੈਬਲਿਸ਼ ਕੀਤੇ। ਸਮਟਾਈਮਸ ਜਿਹੜੇ ਰੂਲਰ ਸੀਗੇ ਲਾਈਕ ਜਿਵੇਂ ਅਲਾਦੀਨ ਖਿਲਜੀ ਅਤੇ ਮੁਹੰਮਦ ਤੁਗਲਕ ਸੀਗੇ, ਉਹਨਾਂ ਨੇ ਕੰਟਰੋਲ ਫੋਰਸ ਕੀਤਾ, ਕੰਟਰੋਲ ਕਰ ਲਈ ਇਹਨਾਂ ਦੇ ਏਰੀਆ ਦੇ ਉੱਪਰ, ਬਟ ਬਹੁਤ ਘੱਟ ਟਾਈਮ ਲਈ ਉਹਨਾਂ ਦਾ ਇੱਥੇ ਕੰਟਰੋਲ ਰਿਹਾ, ਠੀਕ ਹੈ। ਉਹਨਾਂ ਦਾ ਕੰਟਰੋਲ ਸੀਗਾ ਜਿਹੜਾ ਉਹ ਲੋਕਲ ਚਿਫਤੀਅਨਸ ਨੇ ਲੈ ਲਿਆ। ਜਿਹੜੇ ਮੰਗੋਲ ਸੀਗੇ ਉਹ ਜੈਂਜੀਆਜ਼ ਖਾਨ ਸੀਗੇ, ਜੇਂਜੀਆਜ਼ ਖਾਨ ਸੀ ਬੇਟਾ ਜਿਹੜਾ ਉਸਨੇ ਇਨਵੇਡ ਕੀਤਾ ਤਰਾਸਕਿਆਨਾ ਨਾਰਥ ਈਸਟ ਈਰਾਨ ਦੇ ਵਿੱਚ 1290 ਦੇ ਵਿੱਚ। ਅਤੇ ਉਸ ਤੋਂ ਬਾਅਦ ਜਿਹੜੇ ਦਿੱਲੀ ਸੁਲਤਾਨ ਸੀਗੇ ਉਹਨਾਂ ਨੇ ਵੀ ਫੇਸ ਕੀਤਾ ਇਹ ਚੀਜ਼ ਨੂੰ। ਮੋਂਗਲ ਨੇ ਅਟੈਕ ਕੀਤਾ ਦਿੱਲੀ ਸੁਲਤਾਨ ਦੇ ਉੱਪਰ, ਠੀਕ ਹੈ। ਅਤੇ ਉਸ ਜਿਹੜਾ ਅਲਾਦੀਨ ਖਿਲਜੀ ਸੀਗਾ ਉਹਦਾ ਰਾਈਨ ਸੀਗਾ ਜਿਹੜਾ ਉਹ ਇਨਕਰੀਜ਼ ਹੋ ਗਿਆ, ਜਿਹੜਾ ਉਹਦਾ ਪੀਰੀਅਡ ਸੀਗਾ ਉਹ ਵੱਧ ਗਿਆ ਅਰਲੀ ਈਅਰਸ ਆਫ ਮੁਹੰਮਦ ਤੁਗਲਕ ਰੂਲ ਦੇ ਵਿੱਚ। ਇਹਦੇ ਵਿੱਚ 2 ਰੂਲਰ ਸੀਗੇ ਜਿਹੜੇ ਉਹ ਮੋਬਿਲਾਈਜ਼ ਹੋਏ, ਠੀਕ ਹੈ, ਦਿੱਲੀ ਦੇ ਵਿੱਚ, ਅਤੇ ਉਹਨਾਂ ਦੀਆਂ ਹਿਊਜ਼ ਐਡਮਿਨਿਸਟ੍ਰੇਸ਼ਨ ਚੈਲੰਜ ਆ ਗਿਆ ਸੀਗਾ। ਜਿਹੜੇ ਉਹ 2 ਸੁਲਤਾਨ ਸੀਗੇ ਉਹਨਾਂ ਨੇ ਕੀ ਕੀਤਾ, ਅੱਗੇ ਇਹਨਾਂ ਨੇ ਟੇਬਲ ਦਿੱਤਾ ਕੀ ਉਹਨਾਂ ਦੇ ਰਾਜ ਦੇ ਵਿੱਚ ਹੋਇਆ ਦਿੱਲੀ ਦੇ ਵਿੱਚ, ਅਲਾਦੀਨ ਖਿਲਜੀ ਅਤੇ ਮੁਹੰਮਦ ਤੁਗਲਕ, ਠੀਕ ਹੈ। ਅਲਾਦੀਨ ਖਿਲਜੀ ਸੀਗਾ ਜਿਹੜਾ ਉਸਨੇ ਦਿੱਲੀ 'ਤੇ 2 ਵਾਰ ਅਟੈਕ ਕੀਤਾ, ਠੀਕ ਹੈ, ਅਤੇ ਇੱਕ ਲਾਰਜ ਸਟੈਂਡਿੰਗ ਆਰਮੀ ਉਸਨੇ ਇਸਟੈਬਲਿਸ਼ ਕਰ ਲਈ ਸੀਗੀ। ਜਿਹੜਾ ਮੁਹੰਮਦ ਤੁਗਲਕ ਆ ਉਸਨੇ ਵੀ ਇਹਦੇ ਉੱਪਰ ਅਟੈਕ ਕੀਤਾ, ਜਿਹੜੀ ਮੋਂਗਲ ਆਰਮੀ ਸੀ ਉਹ ਜਿੱਤ ਗਈ ਸੀ, ਠੀਕ ਹੈ। ਅਤੇ ਉਹਨਾਂ ਨੇ ਮੁਹੰਮਦ ਤੁਗਲਕ ਨੂੰ ਹਰਾ ਦਿੱਤਾ ਸੀਗਾ, ਅਤੇ ਉਹਨਾਂ ਨੇ ਲਾਰਜ ਸਟੈਂਡਿੰਗ ਆਰਮੀ ਉਸਨੇ ਵੀ ਆਪਣੀ ਇੱਥੇ ਇਸਟੈਬਲਿਸ਼ ਕੀਤੀ ਹੋਈ ਸੀਗੀ। ਜਿਹੜਾ ਅਲਾਦੀਨ ਸੀ ਉਸਨੇ ਨਿਊ ਗੈਰੀਸਨ ਟਾਊਨ ਨੇਮਡ ਸੀਰੀ ਫॉर ਹਰ ਸ਼ੋਲਜਰਸ ਲਈ, ਉਹਦੇ ਸ਼ੋਲਜਰਸ ਲਈ ਕੰਸਟਰਕਟ ਕੀਤਾ। ਮੁਹੰਮਦ ਤੁਗਲਕ ਨੇ ਵੀ ਗੈਰੀਸਨ ਟਾਊਨਸ ਸੀਗੇ ਜਿਹੜੇ ਉਹ ਇਸਟੈਬਲਿਸ਼ ਕੀਤੇ। ਉਸਨੇ 4 ਟਾਊਨਸ ਇਸਟੈਬਲਿਸ਼ ਕੀਤੇ। ਜਿਹੜਾ ਦਿੱਲੀ ਇਹ ਖੁਨਾ ਸੀਗਾ ਉਸ ਦਾ ਰੈਜ਼ੀਡੈਂਟ ਅਤੇ ਸ਼ੋਲਜਰਸ ਜਿਹੜੇ ਸੀ ਉੱਥੇ ਰਹਿੰਦੇ ਸੀਗੇ, ਠੀਕ ਹੈ। ਉੱਥੇ ਭੇਜੇ ਜਿਹੜੇ ਓਲਡ ਸਿਟੀ ਦੇ ਰੈਜ਼ੀਡੈਂਟ ਸੀਗੇ ਉਹਨਾਂ ਨੂੰ ਨਿਊ ਕੈਪੀਟਲ ਦੌਲਤਾਬਾਦ ਜਿਹੜੀ ਸਾਊਥ ਦੇ ਵਿੱਚ ਸੀ ਉੱਥੇ ਭੇਜ ਦਿੱਤਾ ਜਾਂਦਾ ਸੀਗਾ। ਨੈਕਸਟ ਹੈਗਾ ਉਹ ਕਲੈਕਟ ਟੈਕਸ ਕਰਦੇ ਸੀਗੇ। ਜਿਹੜੀ ਲੈਂਡ ਗੰਗਾ ਅਤੇ ਜਮੁਨਾ ਦੇ ਵਿਚਕਾਰ ਆਉਂਦੀ ਸੀ ਟੈਕਸ 50% ਹੁੰਦਾ ਸੀ। ਉਸੇ ਤਰ੍ਹਾਂ ਸੇਮ ਜਿਹੜਾ ਮੁਹੰਮਦ ਤੁਗਲਕ ਸੀਗਾ ਉਹ ਸੇਮ ਏਰੀਆ ਦੀ ਪ੍ਰੋਡਿਊਸ ਤੋਂ ਟੈਕਸ ਕਲੈਕਟ ਕਰਦਾ ਸੀ, ਠੀਕ ਹੈ। ਉਹ ਮੇਨਟੇਨ ਕਰਦਾ ਸੀਗਾ ਲਾਰਜ ਨੰਬਰ ਆਫ ਸ਼ੋਲਜਰਸ, ਠੀਕ ਹੈ, ਉਹਨਾਂ ਤੋਂ ਟੈਕਸ ਲੈ ਕੇ। ਨੈਕਸਟ ਹੈਗਾ ਬੇਟਾ ਜਿਹੜੇ ਸ਼ੋਲਜਰ ਸੀਗੇ ਉਹਨਾਂ ਨੂੰ ਵੀ ਪੇ ਕਰਨਾ ਪੈਂਦਾ ਸੀਗਾ। ਅਲਾਦੀਨ ਨੇ ਕੀ ਕੀਤਾ, ਜਿਹੜੀ ਸ਼ੋਲਜਰਸ ਦੀ ਸੈਲਰੀ ਸੀਗੀ ਉਸ ਨੂੰ ਕੈਸ਼ ਇਨ ਕੈਸ਼ ਰੈਦਰ ਦੈਨ ਇਕਤਾਸ, ਠੀਕ ਹੈ, ਇਕਤਾ ਦੇ ਨਾਲੋਂ ਕੈਸ਼ ਸੈਲਰੀ ਉਹਨਾਂ ਨੂੰ ਮਿਲਦੀ। ਜਿਹੜੇ ਸ਼ੋਲਜਰ ਸੀਗੇ ਉਹ ਸਪਲਾਈ ਕਰਦੇ ਸੀ ਮਰਚੈਂਟਸ ਨੂੰ ਦਿੱਲੀ ਦੇ ਵਿੱਚ। ਇਹ ਡਰ ਰਹਿੰਦਾ ਸੀ ਜਿਹੜੇ ਮਰਚੈਂਟਸ ਨੇਗੇ ਉਹ ਇਹਨਾਂ ਦੀ ਪ੍ਰਾਈਸ ਨੂੰ ਵਧਾ ਨਾ ਦੇਣ। ਜਿਹੜੇ ਮਰਚੈਂਟਸ ਸੀਗੇ ਉਹ ਸਪਲਾਈ ਕਰਦੇ ਸੀ ਸ਼ੋਲਜਰਸ ਨੂੰ, ਠੀਕ ਹੈ। ਇਸ ਨੂੰ ਸਟਾਪ ਕਰਨ ਲਈ ਜਿਹੜਾ ਅਲਾਦੀਨ ਸੀਗਾ ਉਸਨੇ ਜਿਹੜੀਆਂ ਦਿੱਲੀ ਦੇ ਵਿੱਚ ਗੁੱਡਸ ਬਣਦੀਆਂ ਸੀ ਉਹਨਾਂ ਦੇ ਪ੍ਰਾਈਸ ਨੂੰ ਕੰਟਰੋਲ ਕੀਤਾ, ਠੀਕ ਹੈ। ਨੈਕਸਟ ਪੁੱਤ ਜਿਹੜਾ ਮੁਹੰਮਦ ਤੁਗਲਕ ਸੀਗਾ ਉਹ ਵੀ ਆਪਣੇ ਸ਼ੋਲਜਰਸ ਨੂੰ ਕੈਸ਼ ਸੈਲਰੀ ਪੇ ਕਰਦਾ ਸੀ। ਪ੍ਰਾਈਸ ਨੂੰ ਕੰਟਰੋਲ ਕਰਨ ਦੀ ਵਜ੍ਹਾ ਨਾਲ ਉਸਨੇ ਟੋਕਨ ਕਰੰਸੀ ਇਸਟੈਬਲਿਸ਼ ਕੀਤੀ, ਠੀਕ ਹੈ। ਜਿਵੇਂ ਅੱਜ ਕੱਲ੍ਹ ਪ੍ਰੈਜ਼ੈਂਟ ਡੇ ਪੇਪਰ ਕਰੰਸੀ ਆ ਉਹ ਚੀਪ ਮੈਟਲਸ ਦੀ ਬਣੀ ਹੁੰਦੀ ਸੀ, ਗੋਲਡ ਅਤੇ ਸਿਲਵਰ ਦੀ ਨਹੀਂ ਸੀ ਬਣੀ ਹੋਈ, ਠੀਕ ਹੈ। 14ਵੀਂ ਸੈਂਚੁਰੀ ਦੇ ਵਿੱਚ 14th ਸੈਂਚੁਰੀ ਦੇ ਵਿੱਚ ਜਿਹੜੇ ਲੋਕ ਸੀਗੇ ਉਹ ਇਸ ਕੋਇਨਸ ਦੇ ਵਿੱਚ ਟਰਸਟ ਨਹੀਂ ਕਰਦੇ ਸੀ। ਉਹ ਬਹੁਤ ਸਮਾਰਟ ਸੀਗੇ, ਉਹ ਗੋਲਡ ਸਿਲਵਰ ਕੋਇਨਸ ਨੂੰ ਸੰਭਾਲ ਕੇ ਰੱਖਦੇ ਸੀ ਅਤੇ ਟੈਕਸ ਪੇ ਕਰਦੇ ਸੀ ਸਟੇਟ ਨੂੰ ਵਿਦ ਦਿਸ ਟੋਕਨ ਕਰੰਸੀ। ਜਿਹੜੀ ਮੁਹੰਮਦ ਤੁਗਲਕ ਨੇ ਟੋਕਨ ਕਰੰਸੀ ਚਲਾਈ ਸੀ ਉਹਦੀ ਉਹ ਪੇਮੈਂਟ ਕਰ ਦਿੰਦੇ ਸੀ, ਠੀਕ ਹੈ, ਕਿਉਂਕਿ ਇਹ ਚੀਪਰ ਕਰੰਸੀ ਸੀਗੀ। ਜਿਹੜਾ ਅਲਾਦੀਨ ਦਾ ਐਡਮਿਨਿਸਟ੍ਰੇਸ਼ਨ ਮਈਅਰ ਸੀਗੇ ਉਹ ਬਹੁਤ ਸਕਸੈਸਫੁਲ ਸੀਗੇ, ਠੀਕ ਹੈ। ਉਸਦਾ ਜਿਹੜਾ ਰਾਜ ਸੀਗਾ ਉਸਦਾ ਜਿਹੜਾ ਪੀਰੀਅਡ ਸੀਗਾ ਉਹ ਕ੍ਰੋਨਿਸਲਰ ਸੀਗਾ, ਠੀਕ ਹੈ। ਉਹਦੀ ਪ੍ਰੇਜ਼ ਕੀਤੀ ਜਾਂਦੀ ਸੀ। ਜਿਹੜੀਆਂ ਚੀਜ਼ਾਂ ਸੀ ਉਹ ਚੀਪ ਮਿਲਦੀਆਂ ਸੀ, ਗੁੱਡਸ ਸੀਗੀਆਂ ਜਿਹੜੀਆਂ ਬਹੁਤ ਅੱਛੀਆਂ ਹੁੰਦੀਆਂ ਸੀ ਮਾਰਕੀਟ ਦੇ ਵਿੱਚ, ਠੀਕ ਹੈ। ਜਿਹੜਾ ਮੁਹੰਮਦ ਤੁਗਲਕ ਆ ਉਹਦੇ ਐਡਮਿਨਿਸਟ੍ਰੇਸ਼ਨ ਮਈਅਰ ਸੀਗੇ ਜਿਹੜੇ ਉਹ ਫੇਲੂਅਰ ਹੋ ਗਏ, ਠੀਕ ਹੈ, ਉਹ ਵਧੀਆ ਨਹੀਂ ਸੀਗੇ। ਕਸ਼ਮੀਰ ਦੀ ਕੰਪੇਨ ਦੇ ਵਿੱਚ ਇੱਕ ਡਿਜ਼ਾਸਟਰ ਹੋਇਆ, ਇੱਕ ਡਿਜ਼ਾਸਟਰ ਸੀ ਬਹੁਤ ਵੱਡਾ ਉਹਦੇ ਲਈ। ਉਹਦੇ ਜਿਹੜੇ ਸਾਰੇ ਪਲਾਨ ਸੀਗੇ ਉਹ ਇਨਵੇਡ ਹੋ ਗਏ, ਠੀਕ ਹੈ। ਐਡਮਿਨਿਸਟ੍ਰੇਸ਼ਨ ਮਈਅਰ ਸੀਗੇ ਜਿਹੜੇ ਉਹ ਕੰਪਲੀਕੇਟਡ ਸੀਗੇ। ਉਸਨੇ ਸ਼ਿਫਟ ਕੀਤਾ ਪੀਪਲ ਨੂੰ ਦੌਲਤਾਬਾਦ ਦੇ ਵਿੱਚ, ਅਤੇ ਟੈਕਸ ਸੀਗੇ ਜਿਹੜੇ ਵਧਾ ਦਿੱਤੇ, ਅਤੇ ਗੰਗਾ ਜਮੁਨਾ ਬੈਲਟ ਦੇ ਵਿੱਚ ਫੇਮਾਈਨ ਆ ਗਿਆ, ਠੀਕ ਹੈ, ਭੁੱਖਮਰੀ ਆ ਗਈ, ਠੀਕ ਹੈ। ਜਿਹੜੀ ਟੋਕਨ ਕਰੰਸੀ ਸੀਗੀ ਉਹ ਰੀਕਾਲਡ ਹੋ ਗਈ। ਦੈਟਸ ਆਲ, ਥੈਂਕ ਯੂ।